ਸਾਡੇ ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਆਰ.ਐਸ. ਬੈਂਸ ਜੁੜ ਚੁੱਕੇ ਨੇ, ਜਿਨ੍ਹਾਂ ਦੇ ਪਿਤਾ ਜਸਟਿਸ ਸਿੰਘ ਬੈਂਸ ਨੂੰ ਸਭ ਜਾਣਦੇ ਨੇ ਔਰ ਇੱਕ ਲੰਮੀ ਪ੍ਰੈਕਟਿਸ ਆਰ.ਐਸ. ਬੈਂਸ ਹੋਰਾਂ ਦੀ ਰਹੀ ਹੈ। ਬੈਂਸ ਸਾਹਿਬ, ਅੱਜ ਕੋਰਟ ਨੇ, ਸੁਪਰੀਮ ਕੋਰਟ ਨੇ, ਜਿਹੜੇ ਸੀਜੀਆਈ ਖੁਦ ਉਹਨਾਂ ਨੇ ਕੇਸ ਸੁਣਿਆ, ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਹੋਲਡ ਕਰਦੀ ਹੈ ਜਾਂ ਅਸੀਂ ਹੋਲਡ ਕਰ ਦਈਏ, ਪਰ ਦੂਜੇ ਪਾਸੇ ਕਿਸਾਨ ਕਹਿ ਰਹੇ ਨੇ ਹੋਲਡ ਨਾਲ ਨਹੀਂ, ਮਸਲਾ ਰੱਦ ਕਰਵਾਉਣ ਨਾਲ ਜੁੜਿਆ ਹੋਇਆ। ਔਰ ਸੁਪਰੀਮ ਕੋਰਟ ਨੇ ਕਾਫੀ ਤਲਖ ਟਿੱਪਣੀਆਂ ਕੇਂਦਰ ਸਰਕਾਰ ਬਾਰੇ ਕੀਤੀਆਂ ਨੇ ਕਿ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਨਹੀਂ ਨਜਿੱਠਿਆ। ਕੇਂਦਰ ਸਰਕਾਰ ਦੇ ਵਕੀਲ ਕਹਿ ਰਹੇ ਸੀ ਪੇਸ਼ੈਂਸ ਰੱਖੇ ਸੁਪਰੀਮ ਕੋਰਟ, ਉਹਨਾਂ ਨੇ ਕਿਹਾ ਕਿ ਨਹੀਂ, ਦੋ ਹਿੱਸਿਆਂ 'ਚ ਅੱਜ ਤੇ ਕੱਲ੍ਹ 'ਚ ਅਸੀਂ ਆਪਣਾ ਜਿਹੜਾ ਫੈਸਲਾ ਉਹ ਦੇ ਸਕਦੇ ਹਾਂ ਜੀ। ਬਿਲਕੁਲ 47 ਦਿਨਾਂ ਬਾਅਦ ਸੁਪਰੀਮ ਕੋਰਟ ਥੋੜਾ ਜਾਗਿਆ ਹੈ ਤਾਂ ਆਪਾਂ ਨੂੰ ਵੈਲਕਮ ਕਰਨਾ ਚਾਹੀਦਾ ਜੀ ਜੀ, ਕਿਉਂਕਿ ਇੰਨੀਆਂ ਮੌਤਾਂ ਤੋਂ ਬਾਅਦ, ਇੰਨੇ ਡਿਲੇ ਤੋਂ ਬਾਅਦ, 8-10 ਮੀਟਿੰਗਾਂ ਤੋਂ ਬਾਅਦ ਸੁਪਰੀਮ ਕੋਰਟ ਨੇ ਹੁਣ ਉਹ ਗੁੱਸਾ ਦਿਖਾਇਆ ਜਿਹੜਾ ਕਿ ਪਹਿਲੇ ਦਿਨ ਹੀ ਦਿਖਾਉਣਾ ਚਾਹੀਦਾ ਸੀ। ਪਰ ਮੈਂ ਬੜਾ ਵੈਲਕਮ ਕਰਦਾ, ਘੱਟੋ ਘੱਟ ਉਹਨਾਂ ਨੇ ਰਾਈਟ ਟੂ ਪ੍ਰੋਟੈਸਟ ਨੂੰ ਮੰਨਿਆ ਕਿ ਕਿਸਾਨਾਂ ਦਾ ਹੱਕ ਹੈ, ਲੋਕਾਂ ਦਾ ਹੱਕ ਹੈ। ਇਸ ਦੇਸ਼ ਵਿੱਚ ਰਾਈਟ ਟੂ ਪ੍ਰੋਟੈਸਟ ਨੂੰ ਤੁਸੀਂ ਖਤਮ ਨਹੀਂ ਕਰ ਸਕਦੇ। ਜਿਵੇਂ ਕਿ ਇਹਨਾਂ ਦੀ ਸ਼ਹੀਨ ਬਾਗ ਦੀ ਜੱਜਮੈਂਟ ਬਿਲਕੁਲ ਪੁੱਠਾ ਕਹਿ ਰਹੀ ਸੀ, ਤਾਂ ਉਸ ਹਿਸਾਬ ਨਾਲ ਸੁਪਰੀਮ ਕੋਰਟ ਨੇ ਸਰਟਨਲੀ ਕਿਸਾਨਾਂ ਦੇ ਮੁੱਦੇ ਤੇ ਜ਼ਿਆਦਾ ਸਿੰਪਥੈਟਿਕ ਵਿਊ ਪੁਆਇੰਟ ਪਹਿਲੀ ਵਾਰ ਦਿੱਤਾ ਹੈ ਜੀ, ਜਿਹੜੀ ਕਿ ਸਾਨੂੰ ਆਸ਼ਾ ਨਹੀਂ ਸੀ। ਮਗਰ ਕਿਉਂਕਿ ਹੁਣ ਸਾਰਾ ਦੇਸ਼ ਹੀ ਕਿਸਾਨਾਂ ਨਾਲ ਖੜਾ ਹੈ ਤਾਂ ਹੌਲੀ ਹੌਲੀ ਸੁਪਰੀਮ ਕੋਰਟ ਔਰ ਵੱਡੀ ਇੰਸਟੀਟਿਊਸ਼ਨ ਵੀ ਫਿਰ ਬੈਂਡ ਕਰਨ ਲੱਗ ਪੈਂਦੇ ਨੇ ਜੀ ਜੀ। ਤੇ ਉਸ ਹਿਸਾਬ ਨਾਲ ਸੁਪਰੀਮ ਕੋਰਟ ਦਾ ਮੈਂ ਵੈਲਕਮ ਕਰਦਾ ਕਿ ਉਹਨਾਂ ਨੇ ਠੀਕ ਕਿਹਾ, ਕਿਉਂਕਿ ਜਿਹੜਾ ਲੀਗਲ ਪ੍ਰੋਸੈਸ ਹੈ ਉਹ ਪਹਿਲਾਂ ਸਟੇ ਹੀ ਹੁੰਦਾ ਹੈ, ਉਸ ਤੋਂ ਬਾਅਦ ਸੁਣਵਾਈ ਸ਼ੁਰੂ ਹੁੰਦੀ ਹੈ। ਉਹਨਾਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਤੁਸੀਂ ਆਪਣੀ ਪ੍ਰੋਟੈਸਟ ਵੀ ਜਾਰੀ ਰੱਖ ਸਕਦੇ ਹੋ ਜੀ। ਸਰਟਨਲੀ ਜਦੋਂ ਸਟੇ ਹੋ ਜਾਏਗਾ ਤਾਂ ਗੁੱਸਾ ਘਟ ਜਾਏਗਾ ਤਾਂ ਤੁਸੀਂ ਟੋਕਨ ਪ੍ਰੋਟੈਸਟ ਜਾਂ ਉਨੀ ਵਿਆਪਕ ਪ੍ਰੋਟੈਸਟ ਦੀ ਫਿਰ ਲੋੜ ਨਹੀਂ ਰਹਿ ਜਾਏਗੀ। ਔਰ ਜੇ ਸੁਣਵਾਈ ਸੁਪਰੀਮ ਕੋਰਟ ਸ਼ੁਰੂ ਕਰ ਦੇਵੇ ਡੇ ਟੂ ਡੇ, ਤਾਂ ਸੰਭਾਵਨਾ ਬਣਦੀ ਹੈ ਕਿ ਜਿਹੜੀ ਚੀਜ਼ ਅਸੀਂ ਕਰਨਾ ਚਾਹੁੰਦੇ ਸੀ ਪ੍ਰੋਟੈਸਟ ਦੇ ਨਾਲ, ਉਹ ਚੀਜ਼ ਸ਼ਾਇਦ ਕੋਰਟ ਦੇ ਫੈਸਲੇ ਨਾਲ ਆਸਾਨੀ ਨਾਲ ਹੋ ਜਾਏ। ਕਿਉਂਕਿ ਸਾਨੂੰ ਕਲੀਅਰ ਹੀ ਹੈ ਕਿ ਸਾਡਾ ਲੀਗਲ ਕੇਸ ਵੀ ਕਾਫੀ ਮਜ਼ਬੂਤ ਹੈ। ਜੇ ਸੁਪਰੀਮ ਕੋਰਟ ਇੰਪਾਰਸ਼ੈਲਿਟੀ, ਆਜ਼ਾਦੀ ਨਾਲ ਬੇਫਿਕਰ ਹੋ ਕੇ ਬਿਲਕੁਲ ਕਾਨੂੰਨ ਦੇ ਤੱਥਾਂ ਤੇ ਫੈਸਲਾ ਕਰੇ ਤਾਂ ਇਹ ਫੈਸਲਾ ਕਿਸਾਨਾਂ ਦੇ ਹੱਕ ਵਿੱਚ ਹੀ ਆਏਗਾ। ਜੀ ਜੀ। ਸਰ, ਕੀ ਲੱਗਦਾ ਤੁਹਾਨੂੰ ਸੁਪਰੀਮ ਕੋਰਟ ਕਰ ਸਕਦੀ ਹੈ? ਯਾਨੀ ਸੁਪਰੀਮ ਕੋਰਟ ਕਾਨੂੰਨ ਰੱਦ ਦਾ ਫੈਸਲਾ, ਵੈਸੇ ਸੁਪਰੀਮ ਕੋਰਟ ਨੇ ਅੱਜ ਕਿਹਾ ਹੈਗਾ ਕਿ ਯੂਨੀਅਨ ਦੇ ਰਾਈਟ ਕੀ ਨੇ, ਸਟੇਟਸ ਦੇ ਰਾਈਟ ਕੀ ਨੇ, ਗੱਲ ਦੇ ਬਕਾਇਦਾ ਤੌਰ ਤੇ ਅੱਜ ਦੀ ਜਿੰਨੀ ਸੁਣਵਾਈ ਆ ਉਹਦੇ 'ਚ ਜ਼ਿਕਰ ਸੀ ਇਸ ਗੱਲ ਦਾ। ਤੁਹਾਨੂੰ ਲੱਗਦਾ ਕਿ ਸੁਪਰੀਮ ਕੋਰਟ ਇਹ ਜੱਜਮੈਂਟ ਮਤਲਬ ਉਹਦੇ ਅਧਿਕਾਰ 'ਚ ਹੈ, ਸੁਪਰੀਮ ਕੋਰਟ ਇਹ ਕਰ ਸਕਦੀ ਹੈ? ਸੁਪਰੀਮ ਕੋਰਟ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ? ਸੁਪਰੀਮ ਕੋਰਟ ਕੋਲ ਤਾਂ ਕੰਮ ਹੀ ਉਹਨਾਂ ਦਾ ਇਹ ਹੈ ਕਿ ਜਿਹੜੇ ਵੀ ਪਾਰਲੀਮੈਂਟ ਕਾਨੂੰਨ ਬਣਾਉਂਦੀ ਹੈ ਉਹਨੂੰ ਸੰਵਿਧਾਨ ਦੀ ਕਸੌਟੀ ਤੇ ਕੱਸ ਕੇ ਇਹ ਦੱਸੇ ਕਿ ਸੰਵਿਧਾਨ ਦੇ ਮੁਤਾਬਿਕ ਹੈ ਜਾਂ ਸੰਵਿਧਾਨ ਦੇ ਖਿਲਾਫ ਹੈ। ਇਹ ਇੱਕ ਵੱਡਾ ਕੰਮ ਹੈ। ਜਦੋਂ ਆਪਾਂ ਕਹਿੰਦੇ ਸੰਵਿਧਾਨਿਕ ਕੋਰਟ ਇਹਨੂੰ ਮੰਨਦੇ ਆ, ਕਨਸਟੀਟਿਊਸ਼ਨਲ ਕੋਰਟ, ਆਮ ਕੇਸਾਂ ਨੂੰ ਡਿਸਾਈਡ ਕਰਨ ਲਈ ਸੁਪਰੀਮ ਕੋਰਟ ਨਹੀਂ ਹੁੰਦਾ। ਸੁਪਰੀਮ ਕੋਰਟ ਦਾ ਤਾਂ ਸਭ ਤੋਂ ਵੱਡਾ ਸਿੱਧਾ ਕੰਮ ਇਹੀ ਹੈ ਕਿ ਜਿਹੜੇ ਕਾਨੂੰਨ ਪਾਰਲੀਮੈਂਟ ਬਣਾਉਂਦੇ ਆ ਉਹ ਲੋਕਾਂ ਦੇ ਫੰਡਾਮੈਂਟਲ ਰਾਈਟਸ ਦੇ ਖਿਲਾਫ ਤਾਂ ਨਹੀਂ, ਉਹਨੂੰ ਇਹ ਡਿਕਲੇਅਰ ਕਰਨ। ਜਿਹੜਾ ਕਾਨੂੰਨ ਪਾਰਲੀਮੈਂਟ ਬਣਾਉਂਦਾ ਹੈ ਉਹ ਸੰਵਿਧਾਨ ਦੇ ਬੇਸਿਕ ਸਟਰਕਚਰ ਦੇ ਖਿਲਾਫ ਤਾਂ ਨਹੀਂ, ਉਹ ਸੰਵਿਧਾਨ ਦੀ ਕੋਈ ਹੋਰ ਧਾਰਾ ਦੇ ਖਿਲਾਫ ਤਾਂ ਨਹੀਂ। ਜਿੰਨਾ ਖਿਲਾਫ ਹੈ ਉਹਨੂੰ ਰੱਦ ਕਰਨ ਦਾ ਇਹਨਾਂ ਨੂੰ ਅਧਿਕਾਰ ਹੈ। ਤੇ ਇਸੇ ਲਈ ਆਪਾਂ ਕਹਿੰਦੇ ਸੀ ਕਿ ਡੈਮੋਕ੍ਰੇਸੀ 'ਚ ਬੈਲੈਂਸ ਆਫ ਪਾਵਰ ਹੁੰਦਾ ਹੈ। ਤੁਸੀਂ ਕੁਝ ਪਾਵਰ ਸੁਪਰੀਮ ਕੋਰਟ ਨੂੰ ਦਿੱਤੀ, ਉਹ ਪਾਰਲੀਮੈਂਟ ਤੋਂ ਵੱਡੀ ਪਾਵਰ ਹੈ। ਕੁਝ ਪਾਵਰ ਪਾਰਲੀਮੈਂਟ ਦਿੱਤੀ ਹੈ, ਕੁਝ ਪਾਵਰ ਸਰਕਾਰ ਨੂੰ ਦਿੱਤੀ ਹੈ। ਤਾਂ ਇਸ ਕਰਕੇ ਇਹ ਤਾਂ ਸਾਡੇ ਇੰਸਟੀਟਿਊਸ਼ਨ ਸੌ ਜਾਂਦੇ ਨੇ, ਆਪਣੀ ਪਾਵਰ ਦਾ ਇਸਤੇਮਾਲ ਨਹੀਂ ਕਰਦੇ। ਨਹੀਂ ਤਾਂ ਲੋਕਾਂ ਨੂੰ ਐਡਾ ਵੱਡਾ ਉਪਰਾਲਾ ਕਰਨ ਦੀ ਲੋੜ ਨਹੀਂ ਸੀ। ਜੇ ਡੇ 1 ਤੋਂ ਜਿਹੜੀ ਚੀਜ਼ ਸਾਹਮਣੇ ਦਿਖ ਰਹੀ ਸੀ ਕਿ ਸੁਪਰੀਮ ਕੋਰਟ ਆਪਣੇ ਆਪ ਹੀ ਸੰਗਿਆਨ ਲੈ ਕੇ ਇਹਨੂੰ ਉਦੋਂ ਇਹਦੀ ਇੰਪਲੀਮੈਂਟੇਸ਼ਨ ਰੋਕ ਦਿੰਦਾ। ਸਰ, ਤੁਹਾਨੂੰ ਇੱਕ ਤਾਂ ਇਹ ਦੱਸੋ ਮਾੜਾ ਜਿਹਾ ਕਿ ਜਿਵੇਂ ਆਪਾਂ ਕਹਿੰਦੇ ਕਿ ਸੰਵਿਧਾਨ ਦੀ ਵਿਆਖਿਆ ਸੁਪਰੀਮ ਕੋਰਟ ਕਰ ਸਕਦਾ, ਹਨਾ, ਸੰਵਿਧਾਨ ਦੀ ਵਿਆਖਿਆ ਕਰਕੇ ਉਹ ਆਪਣੀ ਜੱਜਮੈਂਟ ਦੇ ਸਕਦੇ ਨੇ। ਦੂਜਾ ਸਵਾਲ ਮੇਰਾ ਸਰ ਇਹ ਹੈਗਾ ਕਿ ਤੁਹਾਨੂੰ ਲੱਗਦਾ ਇਹ ਠੀਕ ਹੈਗਾ? ਕਿਉਂਕਿ ਜਿਹੜੇ ਮਸਲੇ ਪੋਲੀਟੀਕਲੀ ਹੱਲ ਹੋਣੇ ਚਾਹੀਦੇ ਨੇ, ਜੇ ਆਪਾਂ ਇੰਸਟੀਟਿਊਸ਼ਨਾਂ ਤੇ ਛੱਡ ਦਾਂਗੇ, ਇੰਸਟੀਟਿਊਸ਼ਨਾਂ ਕੋਲੇ, ਤੁਹਾਨੂੰ ਲੱਗਦਾ ਇਹ ਸਹੀ ਹੈਗਾ, ਇਹ ਠੀਕ ਹੈਗਾ ਕਿ ਇੰਸਟੀਟਿਊਸ਼ਨ ਇਹਨਾਂ ਮਸਲਿਆਂ ਨੂੰ ਹੱਲ ਕਰਨ? ਕਿਉਂਕਿ ਹਰ ਮਸਲਾ ਅਗਰ ਇੰਸਟੀਟਿਊਸ਼ਨ ਕੋਲੇ ਜਾਏਗਾ, ਤੁਹਾਨੂੰ ਲੱਗਦਾ ਨਹੀਂ ਇਸ ਮਸਲੇ ਦਾ ਹੱਲ ਪੋਲੀਟੀਕਲ ਹੋਣਾ ਚਾਹੀਦਾ? ਨਹੀਂ, ਇਹ ਸਾਰਾ ਪੋਲੀਟੀਕਲ ਪ੍ਰੋਸੈਸ ਹੀ ਹੈ ਕਿ ਜਦੋਂ ਇੰਸਟੀਟਿਊਸ਼ਨ ਫੇਲ ਹੁੰਦਾ, ਲੋਕਾਂ ਨੂੰ ਡਾਇਰੈਕਟ ਹੱਕ ਹੈ ਕਿ ਤੁਸੀਂ ਆ ਕੇ ਸੜਕਾਂ ਤੇ ਬਹਿ ਕੇ ਪੀਸਫੁਲ ਪ੍ਰੋਟੈਸਟ ਕਰਕੇ ਸਰਕਾਰ ਨਾਲ ਸਾਹ ਰੋਕ ਕੇ ਉਹਨੂੰ ਮਜਬੂਰ ਕਰਕੇ ਉਸ ਤੋਂ ਫੈਸਲਾ ਬਦਲਵਾ ਲਓ ਜੀ। ਇਲੈਕਸ਼ਨ ਵੀ ਪਾਰਟ ਆਫ ਪੋਲੀਟੀਕਲ ਪ੍ਰੋਸੈਸ ਹੈ ਜੀ। ਜਿਹੜੇ ਇੰਸਟੀਟਿਊਸ਼ਨਸ ਬਣਾਏ ਆ ਉਹ ਇਸ ਲਈ ਹੈ ਕਿ ਹਰ ਰੋਜ਼ ਹਰ ਛੋਟੀ ਗੱਲ ਤੇ, ਹਰ ਗੱਲ ਤੇ ਤੁਹਾਨੂੰ ਹਮੇਸ਼ਾ ਸਰਕਾਰ ਦਾ ਗਲਾ ਹੀ ਨਾ ਘੋਟਣਾ ਪਵੇ, ਹਰ ਵਾਰੀ ਤੁਹਾਨੂੰ ਸੜਕਾਂ ਤੇ ਨਾ ਆਉਣਾ ਪਵੇ।
ਕਿਉਂਕਿ ਅਲਟੀਮੇਟਲੀ ਦੇਸ਼ ਦੀ ਜਿਹੜੀ ਪ੍ਰੋਡਕਟਿਵ એનર્ਜੀ ਹੈ ਇਹ ਤਾਂ ਹੋਰ ਕੰਮਾਂ 'ਚ ਲੱਗਣੀ ਚਾਹੀਦੀ ਹੈ। ਲਾਸਟ ਰਿਜ਼ੋਰਟ ਮੈਥਡ ਹੈ। ਜਿਸ ਤਰ੍ਹਾਂ ਹੁਣ ਆਪਾਂ ਕਿਸਾਨਾਂ ਨੇ ਕੀਤਾ, ਬਿਲਕੁਲ ਸਾਰੇ ਰਾਹ ਬੰਦ ਹੋ ਗਏ ਸੀ, ਫਿਰ ਕਿਸਾਨਾਂ ਨੇ ਮਜਬੂਰਨ ਲੈਣਾ ਪਿਆ ਸਟੈਪ। ਜੇ ਇੰਸਟੀਟਿਊਸ਼ਨ ਠੀਕ ਕੰਮ ਕਰਦੇ ਰਹਿੰਦੇ, ਪਾਰਲੀਮੈਂਟ ਠੀਕ ਕੰਮ ਕਰਦਾ ਰਹਿੰਦਾ, ਪ੍ਰੋਪਰ ਡਿਬੇਟ ਹੁੰਦੀ ਹੈ, ਕਾਨੂੰਨਾਂ ਨੂੰ ਪਹਿਲੇ ਸਟੇਜ ਤੇ ਹੀ ਰਾਜ ਸਭਾ ਜਾਂ ਲੋਕ ਸਭਾ ਵਿੱਚ ਕਮੇਟੀ ਜਿਹੜੀਆਂ ਬਣਦੀਆਂ ਹੈਗੀਆਂ ਉਹਨੂੰ ਠੀਕ ਕਰ ਲੈਂਦੇ ਜਾਂ ਉਹਨਾਂ ਨੂੰ ਦੱਸ ਦਿੰਦੇ ਸਰਕਾਰ ਨੂੰ ਕਿ ਨਹੀਂ ਚੱਲਣੇ, ਤਾਂ ਉਸੇ ਵੇਲੇ ਤੇ ਆਫਟਰ ਆਲ ਇਹ ਡਿਬੇਟ 30 ਸਾਲਾਂ ਤੋਂ ਚੱਲ ਰਹੀ ਹੈ। ਇਹੋ ਜਿਹੇ ਕਾਨੂੰਨ ਬਣਾਉਣ ਦੀ ਡਿਬੇਟ 30 ਸਾਲਾਂ ਤੋਂ ਚੱਲ ਰਹੀ ਹੈ। ਕਿਸੇ ਸਰਕਾਰ ਨੇ ਇੰਨੀ ਪਾਗਲਪਨ ਨਹੀਂ ਦਿਖਾਇਆ, ਇੰਨਾ ਅੰਨਾਪਨ ਨਹੀਂ ਦਿਖਾਇਆ ਕਿ ਕਿਸੇ ਨੂੰ ਪੁੱਛੇ ਬਗੈਰ ਲਾ ਦਿਓ। ਹੁਣੇ ਬਾਰ-ਬਾਰ ਕਹਿੰਦੇ ਜੀ ਕਿ ਕਈ ਕਮੇਟੀਆਂ ਰਿਪੋਰਟ ਹੈ, ਹਰ ਕਮੇਟੀ ਨੇ ਅਲੱਗ ਰਿਪੋਰਟ ਦਿੱਤੀ ਹੈ। ਹਰ ਕਮੇਟੀ ਕਹਿੰਦੀ ਹੈ ਕਿ ਡਿਵਰਸਿਫਿਕੇਸ਼ਨ ਚਾਹੀਦੀ ਹੈ। ਹਰ ਕਮੇਟੀ ਕਹਿੰਦੀ ਹੈ ਇਕੱਲੇ ਕਣਕ ਤੇ ਔਰ ਪੈਡੀ ਦੇ ਹਿਸਾਬ ਨਾਲ ਇਹ ਜ਼ਮੀਨ ਖਰਾਬ ਹੋ ਜਾਏਗੀ। ਇਹ ਕਈ ਕੰਸਰਨ ਹੈਗੇ ਨੇ, ਮਗਰ ਜਿਹੜੀ ਚੀਜ਼ ਤੁਸੀਂ ਬੈਠ ਕੇ ਡਾਇਲੋਗ ਕਰਕੇ ਕਲੌਜ਼ ਵਾਈਜ਼ ਕਲੌਜ਼ ਪਾਰਲੀਮੈਂਟ ਜਾਂ ਪਾਰਲੀਮੈਂਟ ਕਮੇਟੀ ਵਿੱਚ ਕਰਨੀ ਸੀ, ਉਹ ਤੁਸੀਂ ਅੱਜ ਹੁਣ ਕਿਸਾਨਾਂ ਦੇ ਵਿੱਚ ਕਰ ਰਹੇ ਹੋ, ਜਦੋਂ ਕਿ ਐਡੀ ਵੱਡੀ ਵਿਆਪਕ ਪ੍ਰੋਟੈਸਟ ਹੋ ਗਈ ਹੈ। ਕਿਸਾਨਾਂ ਦਾ ਜਿਹੜਾ ਮਾਮਲਾ ਹਮੇਸ਼ਾ ਪੋਲੀਟੀਕਲ ਹੋਗਾ, ਕਿਉਂਕਿ ਦੇਸ਼ ਦੇ ਪੋਲਿਟਿਕਸ ਦੇ ਉੱਪਰ ਚੇਂਜ ਕਰ ਰਿਹਾ। ਇਕੱਲੀ ਪ੍ਰੋਟੈਸਟ ਹੁਣ ਲਾਜ਼ ਲਈ ਨਹੀਂ ਰਹਿ ਗਈ, ਇਹ ਵਾਕਿਆ ਹੀ ਜਿਹੜੀਆਂ ਫੰਡਾਮੈਂਟਲ ਵੈਲਿਊਜ਼ ਹੈ ਡੈਮੋਕ੍ਰੇਸੀ ਦੀਆਂ ਉਸ ਤੇ ਆ ਗਈ ਹੈ। 6 ਸਾਲਾਂ ਵਿੱਚ ਪਹਿਲੀ ਵਾਰੀ ਕਾਂਗਰਸ ਦਾ ਕਿਹਾ, ਜਿਹੜੀ ਭਾਰਤੀ ਜਨਤਾ ਪਾਰਟੀ ਦਾ ਏਜੰਡਾ ਸੀ ਕਿ ਲੋਕਾਂ ਨੂੰ ਹਿੰਦੂ ਔਰ ਧਰਮ ਦੇ ਆਧਾਰ ਤੇ ਹਮੇਸ਼ਾ ਡਿਵਾਈਡ ਰੱਖਣਾ, ਉਹ ਏਜੰਡਾ ਖਤਮ ਹੋ ਗਿਆ। ਸਾਰੇ ਦੇਸ਼ ਦੇ ਕਿਸਾਨਾਂ ਨੇ ਕਿਹਾ ਕਿ ਸਾਨੂੰ ਫਰਕ ਨਹੀਂ ਪੈਂਦਾ ਸਾਡਾ ਧਰਮ ਕੀ ਹੈ, ਸਾਨੂੰ ਫਰਕ ਨਹੀਂ ਪੈਂਦਾ ਸਾਡੀ ਸਟੇਟ ਕਿਹੜੀ ਹੈ, ਸਾਨੂੰ ਫਰਕ ਨਹੀਂ ਪੈਂਦਾ ਅਸੀਂ ਕਿੱਥੇ ਰਹਿੰਦੇ ਆ, ਤੁਸੀਂ ਦੱਸੋ ਕਿਸਾਨਾਂ ਦੇ ਹੱਕ ਵਿੱਚ ਹੈ ਕਿ ਨਹੀਂ। ਸੋ ਇਹ ਕਿੰਨੀ ਵੱਡੀ ਪੋਲੀਟੀਕਲ ਟਰਮਾਇਲ ਹੈ ਜਾਂ ਪੋਲੀਟੀਕਲ ਅਚੀਵਮੈਂਟ ਹੈ ਕਿ ਤੁਸੀਂ ਜਿਹੜਾ ਦੇਸ਼ ਦਾ ਏਜੰਡਾ ਜਿਹੜਾ ਕਿ ਇੰਨੀ ਦੇਰ ਤੋਂ ਸਰਕਾਰ ਡਿਟਰਮਿਨ ਕਰ ਰਹੀ ਸੀ ਔਰ ਉਹਨੂੰ ਅਗੇਂਸਟ ਦਾ ਕਨਸਟੀਟਿਊਸ਼ਨ ਸੈਕਟੇਰੀਅਨ ਔਰ ਰਿਲੀਜੀਅਸ ਬੇਸਿਸ ਤੇ ਚਲਾ ਰਹੀ ਸੀ, ਉਹ ਏਜੰਡਾ ਕਿਸਾਨਾਂ ਨੇ ਇਹ 15 ਜਾਂ 20 2-3 ਹਫ਼ਤੇ ਵਿੱਚ ਬਦਲ ਦਿੱਤਾ। ਔਰ ਇਹ ਦੁਬਾਰਾ ਹੁਣ ਏਜੰਡਾ ਜਦੋਂ ਬਦਲ ਜਾਂਦਾ ਹੈ, ਜਦੋਂ ਲੋਕਾਂ ਨੂੰ ਸਮਝ ਆ ਜਾਂਦਾ ਹੈ ਕਿ ਸਰਕਾਰ ਆਪਣੇ ਫਾਇਦੇ ਲਈ, ਆਪਣੇ ਸਵਾਰਥ ਲਈ ਤੁਹਾਨੂੰ ਵੰਡ ਰਹੀ ਹੈ, ਉਹਨਾਂ ਨੂੰ ਕਿਸੇ ਧਰਮ ਨਾਲ ਕੋਈ ਪਿਆਰ ਨਹੀਂ ਹੈ, ਉਹ ਸਿਰਫ ਵੋਟਾਂ ਲੈਣ ਲਈ ਇਦਾਂ ਕਰ ਰਹੀ ਹੈ। ਜਿਸ ਤਰ੍ਹਾਂ ਕਾਂਗਰਸ ਕਰਦੀ ਸੀ ਉਸ ਤਰ੍ਹਾਂ ਇਹ ਸਰਕਾਰ ਉਸ ਤੋਂ ਵੀ ਘਟੀਆ ਤਰੀਕੇ ਨਾਲ ਕਰ ਰਹੀ ਹੈ। ਔਰ ਇਹ ਤਾਂ ਵਾਇਲੈਂਸ ਦਾ ਵੀ ਕੋਈ ਪਰਵਾਹ ਨਹੀਂ ਕਰਦੀ ਕਿ ਲੋਕੀ ਮਰ ਜਾਣ ਜਾਂ ਕਮਿਊਨਲ ਰਾਈਟਸ ਹੋ ਜਾਣ। ਉਸ ਵੇਲੇ ਇਹ ਪੋਲਿਟਿਕਸ ਔਰ ਇਹ ਕਿਸਾਨ ਮੂਵਮੈਂਟ ਦੀ ਤਾਂ ਬੜੀ ਹਿਸਟੋਰੀਕਲ ਇੰਪੋਰਟੈਂਸ ਰਹੇਗੀ। ਇਹ ਕਾਨੂੰਨ ਰੱਦ ਹੋਣਗੇ ਜਾਂ ਕੋਰਟ ਰੱਦ ਕਰੇਗਾ ਜਾਂ ਇਹ ਆਪ ਸਰਕਾਰ ਵਾਪਸ ਲਏਗੀ ਜਾਂ ਉਹਨੂੰ ਮੇਜਰ ਚੇਂਜ ਕਰੇਗੀ, ਉਸ ਦੇ ਬਾਵਜੂਦ ਇਸ ਐਜੀਟੇਸ਼ਨ ਦੀ ਜਿਹੜੀ ਪੋਲੀਟੀਕਲ ਸਿਗਨੀਫੀਕੈਂਸ ਹੈ ਇਹ ਕਈ ਦਹਾਕਿਆਂ ਤੱਕ ਡਿਬੇਟ ਵੀ ਹੋਏਗੀ, ਇਹਦਾ ਫਰਕ ਵੀ ਰਹੇਗਾ। ਤਾਂ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਸੁਪਰੀਮ ਕੋਰਟ ਚੋਂ ਕਿ ਇਸ ਤਰ੍ਹਾਂ ਦਾ ਫੈਸਲਾ ਆ ਸਕਦਾ ਹੈ ਰੱਦ ਵਾਲਾ ਵੀ? ਆਏਗਾ, ਮੇਰੇ ਹਿਸਾਬ ਨਾਲ ਆਉਣਾ ਚਾਹੀਦਾ, ਕਿਉਂਕਿ ਹੋਰ ਜਿੱਦਾਂ ਦੇ ਹਾਲਾਤ ਬਣ ਗਏ ਨੇ, ਜਾਂ ਸੁਪਰੀਮ ਕੋਰਟ ਕਰੇਗਾ ਜਾਂ ਸਰਕਾਰ ਕਰੇਗੀ ਜਾਂ ਪਾਰਲੀਮੈਂਟ ਕਰੇਗੀ, ਕਿਸੇ ਤੋਂ ਤਿੰਨਾਂ ਚੋਂ ਇੱਕ ਨੇ ਤਾਂ ਇਨੀਸ਼ੀਏਟਿਵ ਲੈ ਕੇ ਕਰਨਾ ਹੀ ਪਏਗਾ, ਨਹੀਂ ਤਾਂ ਫਿਰ ਦੇਸ਼ ਦੀ ਜਿਹੜੀ ਪੋਲਿਟਿਕਸ ਹੈ ਹਮੇਸ਼ਾ ਲਈ ਬਦਲ ਜਾਏਗੀ। ਜੀ ਧੰਨਵਾਦ ਤੁਹਾਡਾ ਬੈਂਸ ਸਾਹਿਬ, ਤੁਸੀਂ ਬਹੁਤ ਕੀਮਤੀ ਟਾਈਮ ਚੋਂ ਸਾਡੇ ਲਈ ਟਾਈਮ ਕੱਢਿਆ, ਬਹੁਤ ਧੰਨਵਾਦ ਸਰ। ਸ਼ੁਕਰੀਆ। ਸਾਡੇ ਨਾਲ ਐਡਵੋਕੇਟ ਨਵਕਿਰਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਨੇ, ਉਹਨਾਂ ਨੂੰ ਅਸੀਂ ਜੋੜਨ ਲੱਗਿਆ ਸਭ ਤੋਂ ਪਹਿਲਾਂ। ਉਸ ਤੋਂ ਬਾਅਦ ਆਰਐਸ ਬੈਂਸ ਨੂੰ, ਹੋਰ ਵੀ ਜਿੰਨੇ ਵੱਡੇ ਵਕੀਲ ਨੇ ਉਹਨਾਂ ਤੋਂ ਵੀ ਅਸੀਂ ਟਿੱਪਣੀਆਂ ਲਵਾਂਗੇ ਕਿ ਕੀ ਕਹਿ ਰਹੀ ਹੈ ਸੁਪਰੀਮ ਕੋਰਟ ਔਰ ਸੁਪਰੀਮ ਕੋਰਟ ਦੇ ਕਹਿਣ ਦਾ ਮਤਲਬ ਕੀ ਹੈ। ਹੁਣ ਤੱਕ ਦੀ ਕਾਰਵਾਈ ਪੂਰੀ ਹੋ ਚੁੱਕੀ ਹੈ ਔਰ ਐਡਵੋਕੇਟ ਨਵਕਿਰਨ ਸਾਡੇ ਨਾਲ ਜੁੜ ਚੁੱਕੇ ਨੇ। ਐਡਵੋਕੇਟ ਸਾਹਿਬ, ਤੁਹਾਨੂੰ ਅਸੀਂ ਅਪਡੇਟ ਕਰ ਦਈਏ, ਇਸ ਟਾਈਮ ਦੇ ਅਪਡੇਟ 2-3 ਵੱਡੇ ਨੇ। ਸੁਣਵਾਈ ਪੂਰੀ ਹੋ ਚੁੱਕੀ ਹੈ, ਕੋਰਟ ਨੇ ਕਿਹਾ ਅਸੀਂ ਜਿਹੜਾ ਫੈਸਲਾ ਦੇਣਾ ਉਹ ਅਸੀਂ 2 ਹਿੱਸਿਆਂ 'ਚ ਦੇ ਸਕਦੇ ਹਾਂ, ਯਾਨੀ ਅੱਜ ਵੀ ਦੇ ਸਕਦੇ ਹਾਂ, ਕੱਲ ਵੀ ਦੇ ਸਕਦੇ ਹਾਂ। ਕੇਂਦਰ ਸਰਕਾਰ ਨੂੰ ਝਾੜ ਪਾਈ ਹੈ, ਇਹ ਕਿਹਾ ਗਿਆ ਕਿ ਤੁਸੀਂ ਹੋਲਡ ਕਰੋਗੇ ਜਾਂ ਅਸੀਂ ਹੋਲਡ ਕਰੀਏ, ਯਾਨੀ ਇੱਕ ਤਰ੍ਹਾਂ ਦੀ ਪੂਰੀ ਟਿੱਪਣੀਆਂ ਜਿੰਨੀਆਂ ਅਸੀਂ ਸੁਣੀਆਂ ਨੇ ਲਗਭਗ ਉਹ ਕਿਸਾਨ ਪੱਖੀ ਨਜ਼ਰ ਆ ਰਹੀਆਂ ਨੇ। ਕੀ ਕਹਿਣਾ ਤੁਹਾਡਾ ਸਰ? ਮੈਂ ਵੀ ਸਾਰੀ ਉਹ ਟਿੱਪਣੀਆਂ ਪੜ੍ਹੀਆਂ ਨੇ ਕਿਉਂਕਿ ਸੋਸ਼ਲ ਮੀਡੀਆ ਤੇ ਆ ਰਹੀਆਂ ਨੇ। ਜੀ ਤੇ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਹੈ ਕਿ ਕੋਰਟ ਨੇ ਕਿਹਾ ਵੀ ਸਾਡੇ ਕੋਲ ਪਾਵਰਸ ਹੈਗੀਆਂ ਨੇ, ਕਿਉਂਕਿ ਇਹ ਜਿਹੜੀ ਡਿਸੀਜਨ ਹੈ ਅਨਕਨਸਟੀਟਿਊਸ਼ਨਲ ਹੈਗੀ ਹੈ ਜੀ। ਇਹ ਜਿਹੜੇ ਸਾਰੇ ਲਾਜ਼ ਪਾਸ ਕੀਤੇ ਗਏ ਨੇ ਇਹ ਐਗਰੀਕਲਚਰ ਦੇ ਹੋਣ ਕਰਕੇ ਸਟੇਟ ਸਬਜੈਕਟ ਹੋਣ ਦੇ ਬਾਵਜੂਦ ਜਿਹੜਾ ਹੈਗਾ ਇਹਨੂੰ ਜਿਹੜਾ ਯੂਨੀਅਨ ਲਿਸਟ ਦੇ ਵਿੱਚ ਜਿਹੜਾ ਪਾ ਕੇ ਕੀਤਾ ਗਿਆ ਤੇ ਇੱਕ ਤਰ੍ਹਾਂ ਦਾ ਧੋਖਾ ਕੀਤਾ ਗਿਆ। तो ठीक है, अदालत ਇਹ ਚਾਹੁੰਦੀ ਹੈ ਵੀ ਜੇ ਸਰਕਾਰ ਆਪ ਇੱਥੇ ਰੋਕ ਲਵਾ ਦੇ ਤੇ ਬੜਾ ਅੱਛਾ ਹੈ, ਜੇ ਨਹੀਂ ਰੋਕ ਲਗਾਉਂਦੀ ਤੇ ਅਸੀਂ ਰੋਕ ਲਗਾਵਾਂਗੇ। ਹੁਣ ਦੇਖਣ ਵਾਲੀ ਗੱਲ ਹੈ ਵੀ ਇਹੋ ਜਿਹੇ ਕੇਸ ਜੇ ਡਿਸਾਈਡ ਹੁੰਦੇ ਨੇ, ਕਿਉਂਕਿ ਸਭ ਤੋਂ ਵੱਡੀ ਅੰਦਰ ਜੀ ਪ੍ਰੋਬਲਮ ਹੈਗੀ ਕਿ ਲੋਕਾਂ ਦਾ ਜਿਹੜਾ ਹੈ ਕਨਸਟੀਟਿਊਸ਼ਨ ਦੇ ਵਿੱਚ ਤਾਂ ਇਤਬਾਰ ਹੈਗਾ, ਲੇਕਿਨ ਅਦਾਲਤਾਂ ਵਿੱਚ ਜਿਹੜਾ ਸੁਪਰੀਮ ਕੋਰਟ ਦਾ ਵੀ ਬੜਾ ਵੱਡਾ ਇਮਤਿਹਾਨ ਹੈ ਕਿ ਇਸ ਇਮਤਿਹਾਨ ਦੇ ਵਿੱਚ ਕੀ ਉਹ ਪਾਸ ਹੁੰਦੀ ਕਿ ਨਹੀਂ ਹੁੰਦੀ। ਸੋ ਇਹ ਦੇਖਣਾ ਪਏਗਾ ਸਮੇਂ ਦੇ ਨਾਲ ਕਿ ਕੀ
ਇਹਦੇ ਨਾਲ ਜਿਹੜਾ ਹੈਗਾ ਕਿਸਾਨਾਂ ਦੇ ਜਿਹੜਾ ਮੇਨ ਮੁੱਦਾ ਹੈਗਾ ਕਿ ਇਹ ਜਿਹੜੇ ਕਾਨੂੰਨ ਜਿਹੜੇ ਬਣਾਏ ਗਏ ਇਹਦੇ ਅਧਿਕਾਰ ਹੀ ਨਹੀਂ ਹੈਗੇ ਸੈਂਟਰਲ ਗਵਰਨਮੈਂਟ ਨੂੰ, ਉਹਨੂੰ ਅਪਹੋਲਡ ਕਰਦੀ ਹੈ ਸੁਪਰੀਮ ਕੋਰਟ ਕਿ ਨਹੀਂ ਕਰਦੀ। ਤੁਹਾਨੂੰ ਕੀ ਲੱਗ ਰਿਹਾ ਹੈਗਾ ਜਿਹੜਾ ਇਹ ਮਤਲਬ ਹੋਲਡ ਵਾਲੀ ਗੱਲ ਅਗਰ ਆ ਜਾਏਗੀ, ਸੁਪਰੀਮ ਕੋਰਟ ਹੋਲਡ ਕਰ ਦੇਗੀ, ਕਿਸਾਨ ਤਾਂ ਡਟੇ ਹੋਏ ਨੇ, ਕਿਸਾਨ ਕਹਿ ਰਹੇ ਨੇ ਸਾਨੂੰ ਹੋਲਡ ਨਹੀਂ, ਸਾਨੂੰ ਤਾਂ ਰੱਦ ਚਾਹੀਦੇ ਨੇ। ਦੇਖੋ ਰੱਦ ਕਰਨ ਤਾਂ ਟਾਈਮ ਲੱਗਦਾ ਕਿਉਂਕਿ ਦੋਨੋਂ ਧਿਰਾਂ ਨੇ ਜਵਾਬ ਦਾਇਰ ਕਰਨੇ ਹੁੰਦੇ, ਲੰਬੀਆਂ ਬਹਿਸਾਂ ਚੱਲਦੀਆਂ ਨੇ, ਤੇ ਇਹ ਹੁਣ ਦੇਖਣਾ ਪਏਗਾ ਕਿਸਾਨਾਂ ਨੂੰ ਵੀ ਜੇ ਹੋਲਡ ਤੇ ਹੋ ਜਾਂਦੇ ਨੇ, ਸਰਕਾਰ ਕਰ ਦਿੰਦੀ ਹੈ ਜਾਂ ਅਦਾਲਤ ਕਰ ਦਿੰਦੀ ਹੈ, ਤੇ ਕੀ ਉਦੋਂ ਤੱਕ ਇਹਨਾਂ ਨੇ ਇੱਥੇ ਬੈਠਣਾ ਹੈ ਜਾਂ ਉੱਠਣਾ ਹੈਗਾ, ਇਹ ਇਹਨਾਂ ਦਾ ਆਪਣਾ ਜਿਹੜਾ ਪਰਸਨਲ ਡਿਸੀਜਨ ਹੋਏਗਾ। ਨਵਕਿਰਨ ਜੀ, ਤੁਹਾਨੂੰ ਕੀ ਲੱਗਦਾਗਾ ਕਿ ਅਦਾਲਤਾਂ, ਤੁਸੀਂ ਤੇ ਤੁਹਾਡਾ ਤਾਂ ਰੋਜ਼ ਦਾ ਵਾਹ ਹੈਗਾ ਜੱਜਾਂ ਦੇ ਨਾਲ, ਰੋਜ਼ ਤੁਸੀਂ ਅਦਾਲਤ 'ਚ ਪੇਸ਼ ਹੁੰਦੇ ਹੋ ਔਰ ਵਰਿਆਂ ਤੋਂ ਪੇਸ਼ ਹੋ ਰਹੇ ਹੋਗੇ, ਕਿ ਮਾਹੌਲ ਦਾ, ਵੈਸੇ ਤੇ ਅਦਾਲਤਾਂ ਤੇ ਪੱਤਰਕਾਰੀ ਬਾਰੇ ਇੱਕ ਸੇਮ ਗੱਲ ਕਹੀ ਜਾਂਦੀ ਹੈ ਕਿ ਪੱਤਰਕਾਰ ਵੀ ਤੱਥਾਂ ਤੇ ਗੱਲ ਕਰਨੀ ਚਾਹੀਦੀ ਹੈ ਪੱਤਰਕਾਰ ਨੂੰ, ਅਦਾਲਤਾਂ ਵੀ ਤੱਥਾਂ ਦੇ ਉੱਤੇ ਹੀ ਫੈਸਲੇ ਕਰਦੀਆਂ ਨੇ, ਪਰ ਫਿਰ ਵੀ ਤੁਹਾਨੂੰ ਲੱਗਦਾ ਹੈਗਾ ਕਿ ਮਾਹੌਲ ਦਾ ਵੀ ਕੋਈ ਅਸਰ ਹੁੰਦਾ ਹੈ? ਕੋਈ ਮਾਹੌਲ ਦਾ ਅਸਰ ਦੇਖ ਰਹੇ ਹੋ ਇਸ ਸਾਰੇ 'ਚ, ਜਾਂ ਤੁਹਾਨੂੰ ਲੱਗਦਾ ਤੱਥਾਂ ਦੇ ਹਿਸਾਬ ਨਾਲ ਹੀ ਗੱਲ ਹੋ ਰਹੀ ਹੈ? ਯਾਦਵਿੰਦਰ ਜੀ, ਇੱਥੇ ਮੇਨ ਗੱਲ ਹੈਗੀ ਹੈ ਕਿ ਟ੍ਰੇਡ ਐਂਡ ਕਾਮਰਸ ਜਿਹੜਾ ਹੈਗਾ ਵਿੱਚ ਇਹ ਲਾਅ ਪਾਸ ਹੋ ਸਕਦਾ ਸੀ ਕਿ ਨਹੀਂ ਹੋ ਸਕਦਾ ਜਦੋਂ ਐਗਰੀਕਲਚਰ ਇੱਕ ਸਟੇਟ ਸਬਜੈਕਟ ਹੈਗਾ। ਸੋ ਬੜਾ ਅੱਛਾ ਕੇਸ ਹੈ, ਆਰਗੂਏਬਲ ਪੁਆਇੰਟ ਨੇ, ਪਰ ਕਿਸ ਪਾਸੇ ਫੈਸਲਾ ਹੁੰਦਾ ਹੈ ਇਹਦੇ ਬਾਰੇ ਵਕੀਲ ਵੀ ਨਹੀਂ ਦੱਸ ਸਕਦੇ ਹੁੰਦੇ, ਕਿਉਂਕਿ ਬੜਾ ਕੁਝ ਇਹ ਹੁੰਦਾ ਹੈ ਕਿ 2+2 4 ਦੀ ਜਗ੍ਹਾ 5 ਵੀ ਜੱਜ ਬਣਾ ਦਿੰਦਾ ਹੈ ਜੇ ਉਹਦਾ ਝੁਕਾਵ ਜਿਹੜਾ ਜਿਸ ਪਾਸੇ ਹੋਵੇ। ਸੋ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਫੈਸਲਾ ਸਾਡੇ ਹੱਕ 'ਚ ਆਏਗਾ ਜਾਂ ਨਹੀਂ ਆਏਗਾ। ਸੋ ਕਿਸਾਨ ਜਥੇਬੰਦੀਆਂ ਨੂੰ ਫੈਸਲਾ ਲੈਣਾ ਪਏਗਾ ਕਿ ਆਪਣੀ ਜਿਹੜੀ ਮੂਵਮੈਂਟ ਉਹਨਾਂ ਨੇ ਜਾਰੀ ਰੱਖਣੀ ਹੈ ਕਿ ਵਿੱਚੋਂ ਸਸਪੈਂਡ ਕਰਨੀ ਹੈ। ਜੀ, ਧੰਨਵਾਦ ਤੁਹਾਡਾ ਨਵਕਿਰਨ ਜੀ।